Hello guys, I'm Neha Sharma from Ace English Academy, Bathinda. Today we are going to learn about writing task 2 and problem and solution essay. देखो बहुत टाइप ਦੇ ਐਸੇਜ਼ ਹੁੰਦੇ ਆ ਡਿਸਕਸ਼ਨ ਟਾਈਪ ਆਫ ਐਸੇ ਐਗਰੀ ਡਿਸਐਗਰੀ ਪਰ ਅੱਜ ਆਪਾਂ ਸਿਰਫ ਕਵਰ ਕਰਾਂਗੇ ਪ੍ਰੋਬਲਮ ਐਂਡ ਸੋਲੂਸ਼ਨ ਐਸੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨ ਵਾਲੇ ਹਾਂ ਅੱਜ ਦੇ ਟੌਪਿਕ ਦੇ ਵਿੱਚ ਕਿ ਆਪਾਂ ਦੇਖਾਂਗੇ ਵੀ ਨੋ ਕਾਮਨ ਮਿਸਟੇਕਸ ਕੀ ਕਾਮਨ ਮਿਸਟੇਕਸ ਬੱਚੇ ਕਰਦੇ ਆ ਇਸ ਟਾਈਪ ਦੇ ਕੁਐਸਚਨ ਦੇ ਵਿੱਚ। ਲਰਨ ਹਾਊ ਟੂ ਐਨਾਲਾਈਜ਼ ਦਾ ਕੁਐਸਚਨ, ਕਿਵੇਂ ਆਪਾਂ ਐਨਾਲਾਈਜ਼ ਕਰ ਸਕਦੇ ਹਾਂ ਕੁਐਸਚਨ ਨੂੰ। ਅਕਵਾਇਰ ਨਿਊ ਆਈਡੀਆਜ਼, ਕਿਸ ਤਰੀਕੇ ਆਪਾਂ ਨਵੇਂ ਆਈਡੀਆਜ਼ ਮਤਲਬ ਬ੍ਰੇਨਸਟੋਰਮਿੰਗ ਕਰ ਸਕਦੇ ਹਾਂ। Get a structure that can be used again and again on all problem and solution ALS essays। ਜਿੰਨੇ ਵੀ problem and solution essay ਹੋਣਗੇ ਤੁਸੀਂ ਜੋ structures ਮੈਂ ਤੁਹਾਨੂੰ ਸਿਖਾਉਂਗੀ ਤੁਸੀਂ apply ਕਰ ਸਕਦੇ ਹੋ। Know how to write an introduction and main body paragraph and conclusion। ਇਹ ਸਾਰਾ ਕੁਝ ਅੱਜ ਆਪਾਂ ਸਿੱਖਾਂਗੇ ਆਪਣੀ ਇਸ PPT ਦੇ ਥਰੂ। common mistakes ਸਭ ਤੋਂ ਪਹਿਲਾਂ ਆਪਾਂ ਕਵਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਜੋ ਕਾਮਨ ਮਿਸਟੇਕ ਬੱਚੇ ਕੀ ਕਰਦੇ ਹੈ ਕਿ ਫॉर ਪ੍ਰੋਬਲਮ ਸੋਲੂਸ਼ਨ ਐਸੇਜ਼ ਨਾਟ ਐਕਸਪੈਂਡਿੰਗ ਔਨ ਯੂਰ ਆਈਡੀਆਜ਼, ਐਕਸਪੈਂਡ ਨਹੀਂ ਕਰਦੇ ਆਪਦੇ ਆਈਡੀਆਜ਼ ਨੂੰ ਐਂਡ ਇਨਸਟੈਡ ਸਿੰਪਲੀ ਲਿਸਟਿੰਗ ਲੋਟਸ ਆਫ ਪ੍ਰੋਬਲਮਸ ਐਂਡ ਸੋਲੂਸ਼ਨਸ। ਹੁਣ ਕੀ ਕਰਦੇ ਆ ਵੀ ਕਿੰਨੀਆਂ ਪ੍ਰੋਬਲਮਸ ਤੇ ਸੋਲੂਸ਼ਨਸ ਦੀ ਲਿਸਟ ਬਣਾ ਲੈਂਦੇ ਆ ਤੇ ਉਹ ਸਾਰੀਆਂ ਲਿਖ ਆਉਂਦੇ ਆ। ਐਗਜ਼ਾਮੀਨਰ ਨੇ ਤੁਹਾਡੇ ਕੋਈ ਜਨਰਲ ਨੌਲੇਜ ਨਹੀਂ ਟੈਸਟ ਕਰਨੀ ਕਿ ਤੁਸੀਂ ਕਿੰਨੇ ਕੁ ਵਧੀਆ ਪ੍ਰੋਬਲਮਸ ਕਿੰਨੀਆਂ ਪ੍ਰੋਬਲਮਸ ਨੂੰ ਤੁਸੀਂ ਜਾਣਦੇ ਹੋ ਇਸ ਟੌਪਿਕ ਰਿਗਾਰਡਿੰਗ ਤੇ ਕੀ ਸੋਲੂਸ਼ਨਸ ਇਸ ਤੇ ਹੋ ਸਕਦੇ ਨੇ। ਤੁਸੀਂ ਸਿਰਫ ਇੱਕ ਜਾਂ ਦੋ ਪਾਰਟਿਕੂਲਰ ਦੋ ਪ੍ਰੋਬਲਮਸ ਨੂੰ ਲੈ ਲਓ ਉਸੇ ਨਾਮ ਦੇ ਸੋਲੂਸ਼ਨ ਔਰ ਕਨੈਕਟ ਜ਼ਰੂਰ ਕਰੋ ਉਸ ਨੂੰ। ਹੁਣ ਜਿਵੇਂ ਅਨਦਰ ਕਾਮਨ ਮਿਸਟੇਕ ਇਜ਼ ਰਾਈਟਿੰਗ ਅਬਾਊਟ ਪ੍ਰੋਬਲਮ ਐਂਡ ਸੋਲੂਸ਼ਨ ਦੈਟ ਆਰ ਨਾਟ ਡਾਇਰੈਕਟਲੀ ਲਿੰਕ ਟੂ ਦ ਕੁਐਸਚਨ। ਹੁਣ ਇਹ ਵੀ ਪ੍ਰੋਬਲਮ ਹੈ ਕਿ ਪ੍ਰੋਬਲਮ ਤੇ ਸੋਲੂਸ਼ਨ ਤਾਂ ਲਿਖ ਆਏ ਪਰ ਜਿਹੜੀ ਪ੍ਰੋਬਲਮ ਤੁਸੀਂ ਮੈਂਸ਼ਨ ਕੀਤੀ ਸੀ ਸੋਲੂਸ਼ਨ ਉਹਦਾ ਦਿੱਤਾ ਹੀ ਨਹੀਂ, ਕਿਸੇ ਹੋਰ ਚੀਜ਼ ਦਾ ਸੋਲੂਸ਼ਨ ਦੇ ਰਹੇ ਹੋ ਤੇ ਇਹ ਵੀ ਟਾਸਕ ਰਿਸਪੌਂਸ ਦੇ ਵਾਈਜ਼ ਇਹ ਸਹੀ ਨਹੀਂ ਹੈ। ਠੀਕ ਹੈ, ਫਿਰ ਆਪਾਂ ਗੱਲ ਕਰਦੇ ਹਾਂ lots of people think of good ideas for problems and then fail to link their solutions to these problems। the same thing ਵੀ ਉਸੇ ਤਰੀਕੇ ਵੀ ਆਪਾਂ ਨੂੰ ਬਹੁਤ ਅੱਛੀ ਪ੍ਰੋਬਲਮਸ ਆਪਾਂ ਉਹ ਕਰ ਲਈਆਂ ਕਿ ਇਹ ਪ੍ਰੋਬਲਮਸ ਆਉਂਦੀਆਂ ਨੇ ਇਸ ਪ੍ਰੋਬਲਮ ਨਾਲ ਜੋ ਵੀ ਆਪਾਂ ਡਿਸਕਸ ਕਰਾਂਗੇ ਟੌਪਿਕ ਉਹਦੇ ਅਕੋਰਡਿੰਗ ਆਪਾਂ ਪ੍ਰੋਬਲਮਸ ਲੱਭਾਂਗੇ ਔਰ ਲੱਭ ਲਈਆਂ ਬਹੁਤ ਅੱਛੀਆਂ ਲੱਭ ਲਈਆਂ ਪਰ ਫਿਰ ਜਦੋਂ ਸੋਲੂਸ਼ਨ ਲਿਖਿਆ ਉਹ ਸੋਲੂਸ਼ਨ ਲਿੰਕ ਨਹੀਂ ਕਰ ਪਾਏ ਉਸ ਪ੍ਰੋਬਲਮਸ ਦੇ ਸੋਲੂਸ਼ਨ ਨਾਲ। ਤਾਂ ਜ਼ਰੂਰੀ ਹੈ ਕਿ ਜਿਹੜੀ ਵੀ ਤੁਸੀਂ ਪ੍ਰੋਬਲਮ ਦਿੱਤੀ ਹੈ ਉਸ ਚੀਜ਼ ਦਾ ਸੋਲੂਸ਼ਨ ਤੁਸੀਂ ਜ਼ਰੂਰ ਮੈਂਸ਼ਨ ਕਰੋ। ਫਾਈਨਲੀ ਮੈਜੋਰਿਟੀ ਆਫ ਸਟੂਡੈਂਟ ਟਾਕ ਟੂ ਜਨਰਲੀ, ਕੀ ਕਰਦੇ ਨੇ ਜਨਰਲ ਆਈਡੀਆ ਪ੍ਰੈਜ਼ੈਂਟ ਕਰਦੇ ਨੇ ਇੰਸਟੈਡ ਯੂ ਸ਼ੁੱਡ ਬੀ ਥਿੰਕਿੰਗ ਆਫ ਸਪੈਸੀਫਿਕ ਐਗਜ਼ਾਮਪਲਸ ਐਂਡ ਐਕਸਪਲੇਨੇਸ਼ਨਸ। ਹੁਣ ਇਸ ਨੂੰ ਮੈਂ ਦੱਸੂਗੀ ਕਿਸ ਤਰੀਕੇ ਦੀ ਬੱਚੇ ਮਿਸਟੇਕ ਕਰ ਸਕਦੇ ਆ ਇਸ ਟਾਈਪ ਦੇ ਕੁਐਸਚਨਸ ਦੇ ਵਿੱਚ। ਨੈਕਸਟ ਆਪਾਂ ਕਰਦੇ ਹਾਂ ਕਿ ਕਿਵੇਂ ਆਪਾਂ ਐਨਾਲਾਈਜ਼ ਕਰ ਸਕਦੇ ਹਾਂ ਕੁਐਸਚਨ ਨੂੰ। ਤਿੰਨ ਚੀਜ਼ਾਂ ਤੇ ਬੇਸਡ ਹੁੰਦਾ ਆਪਣਾ ਜੋ ਟਾਸਕ ਹੈ। ਇੱਕ ਤਾਂ ਕੀਵਰਡਸ ਆਰ ਦ ਵਰਡਸ ਦੈਟ ਟੈਲ ਅਸ ਅਬਾਊਟ ਦ ਜਨਰਲ ਟੌਪਿਕ, ਜੋ ਆਪਾਂ ਨੂੰ ਜਨਰਲ ਟੌਪਿਕ ਬਾਰੇ ਦੱਸਦਾ ਹੈ। ਦੂਸਰਾ ਹੈ ਮਾਈਕਰੋ ਕੀਵਰਡਸ ਆਈਡੈਂਟੀਫਾਈ ਵਿਚ ਪਾਰਟ ਆਫ ਦ ਜਨਰਲ ਟੌਪਿਕ ਦ ਕੁਐਸਚਨ ਵਾਂਟਸ ਯੂ ਟੂ ਟਾਕ ਅਬਾਊਟ। ਹੁਣ ਜਿਵੇਂ ਇਸ 'ਚ ਆਪਾਂ ਟੌਪਿਕ ਕਵਰ ਕਰਾਂਗੇ ਗਲੋਬਲ ਵਾਰਮਿੰਗ ਤੇ। ਠੀਕ ਹੈ, ਤਾਂ ਗਲੋਬਲ ਵਾਰਮਿੰਗ ਇੱਕ ਬਹੁਤ ਹੀ ਵੱਡੀ ਟਰਮ ਹੈ। ਗਲੋਬਲਾਈਜੇਸ਼ਨ ਦੀ ਗੱਲ ਕਰੀਏ, ਗਲੋਬਲਾਈਜੇਸ਼ਨ ਇੱਕ ਬਹੁਤ ਵੱਡੀ ਟਰਮ ਹੈ। ਐਨਵਾਇਰਮੈਂਟਲ ਪੋਲਿਊਸ਼ਨ ਬਹੁਤ ਵੱਡੀ ਟਰਮ ਹੈ। ਐਨਵਾਇਰਮੈਂਟਲ ਪੋਲਿਊਸ਼ਨ ਦੇ ਅੱਗੇ ਚਾਰ ਟਾਈਪ ਦੇ ਪੋਲਿਊਸ਼ਨ ਆ ਜਾਂਦੇ ਹੈ। ਠੀਕ ਹੈ, ਔਰ ਕਿਸ ਸਪੈਸੀਫਿਕ ਪੋਲਿਊਸ਼ਨ ਬਾਰੇ ਉਹਨਾਂ ਨੇ ਗੱਲ ਕੀਤੀ ਹੈ, ਇਹ ਚੀਜ਼ ਧਿਆਨ ਰੱਖਣੀ ਬਹੁਤ ਜ਼ਰੂਰੀ ਹੈ। ਦੇ ਓਫਨ ਗਿਵ ਐਨ ਓਪੀਨੀਅਨ ਕੁਆਲੀਫਾਈ ਦਾ ਸਟੇਟਮੈਂਟ ਔਰ ਟਾਕ ਅਬਾਊਟ ਅ ਸਬ ਕੈਟੇਗਰੀ ਆਫ ਬਿਗਰ ਜਨਰਲ ਟੌਪਿਕ। ਧਿਆਨ ਰੱਖਿਓ ਕਿ ਜੋ ਜ਼ਿਆਦਾਤਰ ਬੱਚੇ ਕੀ ਕਰ ਜਾਂਦੇ ਨੇ ਇਹ ਮਾਈਕਰੋ ਕੀਵਰਡਸ ਤੇ ਤਾਂ ਧਿਆਨ ਹੀ ਨਹੀਂ ਦਿੰਦੇ, ਸਿਰਫ ਕੀਵਰਡਸ ਤੇ ਧਿਆਨ ਦਿੰਦੇ ਨੇ ਵੀ ਇਹ ਟੌਪਿਕ ਕਾਹਦੇ ਬਾਰੇ ਆ ਗਿਆ ਤੇ ਉਸ ਤੇ ਹੀ ਲਿਖਣਾ ਸ਼ੁਰੂ ਕਰ ਦਿੰਦੇ ਨੇ। ਤਾਂ ਆਪਣਾ ਜਿਹੜਾ ਟਾਸਕ ਰਿਸਪੌਂਸ ਹੈ ਉਹ ਅਧੂਰਾ ਰਹਿ ਜਾਂਦਾ। ਫਿਰ ਆਗੇ ਐਕਸ਼ਨ ਵਰਡਸ ਕੀ ਹੁੰਦੇ ਆ? ਐਕਸ਼ਨ ਵਰਡ ਟੈਲ ਅਸ ਦ ਕੁਐਸਚਨ ਵਾਂਟ ਯੂ ਟੂ ਡੂ ਜਾਂ ਵਾਂਟਸ ਅਸ ਟੂ ਡੂ। ਵੀ ਕੁਐਸਚਨ ਚਾਹੁੰਦਾ ਹੈ ਵੀ ਕੀ ਕਰੀਏ ਆਪਾਂ, ਕੀ ਦੱਸਣਾ, ਆਪਾਂ ਇਫੈਕਟਸ ਦੱਸਣੇ ਨੇ, ਆਪਾਂ ਰੀਜ਼ਨ ਦੱਸਣੇ ਨੇ, ਆਪਾਂ ਸੋਲਿਊਸ਼ਨਸ ਦੱਸਣੇ ਨੇ। ਠੀਕ ਹੈ, ਔਰ ਕਈ ਵਾਰੀ ਇੱਕ ਹੋਰ ਟਾਈਪ ਦਾ ਕੁਐਸਚਨ ਆ ਜਾਂਦਾ ਵੀ ਪ੍ਰੋਬਲਮ ਫਿਰ ਇਹ ਕਿਵੇਂ ਅਫੈਕਟ ਕਰ ਰਹੀ ਹੈ ਜਾਂ ਕੁਝ ਦੋ ਟਾਈਪ ਦੇ ਕੁਐਸਚਨ ਆ ਜਾਂਦੇ ਨੇ। ਤਾਂ ਦੇਖੀਏ ਆਪਾਂ ਆਪਣਾ ਟੌਪਿਕ ਕੀ ਹੈ ਅੱਜ ਦਾ। ਪ੍ਰੋਬਲਮ ਐਂਡ ਸੋਲੂਸ਼ਨ ਐਸੇ ਦੇ ਵਿੱਚ ਜੋ ਟਾਸਕ ਹੈ ਆਪਣਾ ਇਹ ਹੈ ਕਿ ਗਲੋਬਲ ਵਾਰਮਿੰਗ ਇਜ਼ ਵਨ ਆਫ ਦ ਬਿਗੇਸਟ ਥ੍ਰੈਟ ਹਿਊਮਨ ਫੇਸ ਇਨ 21st century ਐਂਡ sea levels are continuing to rise at an alarming rate। ਇੱਥੇ an alarming rate
रेट्स आ गया था अलार्मिंग रेट्स। कहना भी ग्लोबल वार्मिंग एक बहुत ही वड्डी थ्रैट बन चुकी है ਤੇ ਹਿਊਮਨ ਫੇਸ ਇਜ਼ 21st ਸੈਂਚੁਰੀ ਐਂਡ ਸੀ ਲੈਵਲਸ ਆਰ ਕੰਟੀਨਿਊ ਟੂ ਰਾਈਜ਼ ਐਟ ਅਲਾਰਮਿੰਗ ਰੇਟ। ਤੇ ਦ ਪ੍ਰੋਬਲਮ ਐਂਡ what are the problems associated with this and what are some possible solutions। ਹੁਣ ਸਭ ਤੋਂ ਪਹਿਲਾਂ ਆਪਾਂ ਧਿਆਨ ਰੱਖਣਾ ਹੈ ਕਿ ਜਿਹੜਾ ਰੈੱਡ ਕਲਰ ਦੇ ਵਿੱਚ ਦਿੱਤਾ ਹੋਇਆ ਹੈ ਇਹ ਕੀ ਦਿੱਤਾ ਹੋਇਆ ਆਪਾਂ ਨੂੰ, ਆਪਣਾ ਜਨਰਲ ਟੌਪਿਕ ਗਲੋਬਲ ਵਾਰਮਿੰਗ ਹੈ, ठीक है, is one of the biggest threats है human face in the 21st century। कौन फेस कर रहे हैं? ह्यूमन कर रहे हैं अज दी सेंचुरी दे विच एंड सी लैवल्स आर कंटिन्यू टू राइज एट एन अलार्मिंग रेट। हुण अपना जो माइक्रो कीवर्ड्स होणगे वो की होणगे, ह्यूमनस से कि ह्यूमनस फेस कर रहे हैं किवें, मतलब जो सी लैवल्स कंटिन्यू हो रहा उहदा इफेक्ट ह्यूमन ते किवें पै रहा, ये ध्यान रखना। कीवर्ड्स है ह्यूमन ते सी लैवल्स, तो इनू आपां किवें कनैक्ट करांगे अपने ग्लोबल वार्मिंग टॉपिक नाल। हुण कल्ला ग्लोबल वार्मिंग बारे नहीं कर, ग्लोबल वार्मिंग दे तां बहुत वड्डे प्रॉब्लम्स क्रिएट करदा है। ग्लोबल वार्मिंग दे नाल बहुत चीज़ां एसोसीएटेड हुंदियां, पर आपां देखना भी सी लैवल किवें राइज हुंदा है ते फिर वो ह्यूमन नूं किवें इफेक्ट करदा है। पर बट प्रॉब्लम्स आर एसोसीएटेड विद दिस, की प्रॉब्लम्स एसोसीएट होईयां इस प्रॉब्लम ग्लोबल वार्मिंग नाल एंड वट आर सम पॉसिबल सॉल्यूशंस। तो आ अपने एक्शन वर्ड है भी आप क्वेश्चन दे विच करना की, अग्री डिसअग्री तो नहीं पूछा आपां नूं, सिंपली आपां नूं पूछा कि प्रॉब्लम की ने ते की सॉल्यूशन, ना इफेक्ट बारे गल कीती है ना रीजनस बारे गल कीती है। नैक्सट हुण आपां गल करदे हां, देखो माइक्रो कीवर्ड्स आर ह्यूमन सी लैवल राइज। सो इंस्टेड ऑफ राइटिंग जस्ट अबाउट द एक्सपेंसिव टॉपिक ऑफ ग्लोबल वार्मिंग एंड एनी प्रॉब्लम एसोसीएटेड विद दिस, जिमें कि सच एज इनक्रीज स्टॉर्म्स, इन स्टॉर्म्स वध जाते हैं, तूफान, एक्सटिंक्शन ऑफ सर्टन एनीमल्स, इरोजन ऑफ सॉइल, ये सारे जो प्रॉब्लम्स है एसोसीएटेड ने ग्लोबल वार्मिंग। वी हैव टू टॉक अबाउट हाउ राइज इन सी लैवल्स विल अफेक्ट ह्यूमनस। आपां की देखना है, आपां जोड़ा कीवर्ड है अपना है सी लैवल किवें ह्यूमन नूं अफेक्ट करदा है। If for example you talked about the example problems affecting the planet or animals or the atmosphere, we should not be answering the question। मतलब आपां अपने टॉपिक नूं जनरल एक्सप्लेनेशन दे रहे हैं, आपां स्पेसिफिक नहीं जा रहे, तो जिहदे करके अपना टास्क रिस्पॉन्स है वो फ्लक्चुएट कर गया, ठीक है। फिर आपां गल करते हैं एक्शन वर्ड्स दी। द एक्शन वर्ड्स आर प्रॉब्लम्स एंड सॉल्यूशंस। Our task is therefore to write about that and only that. It does not ask our opinion or about the disadvantage and advantages, just as problems, the cause or the cause of problem and their solution। हाँ आप थोड़ा जिहा cause बारे दस सकते हैं भी किस करके ये चीज़ां हो रही ने, पर बाला नहीं आप एक्सप्लेन कर सकते क्योंकि अपने तो रीजन नहीं पूछी। If we talked about the causes of sea level rise, then we would be answering the question। भी इत्थे मैंशन करता कि जे आप थोड़ा बहुत कॉज बारे दस रहे हैं सी लैवल राइज क्यों वध रहा है, तो आप आंसर दे रहे हैं एटलीस्ट, पर ज़्यादा एक्सप्लेन नहीं करना है। हाउ टू थिंक ऑफ आइडियाज़, किवें आपां आपदे आइडियाज़ नूं थिंक कर सकते हैं। डोंट थिंक ऑफ लॉट्स ऑफ प्रॉब्लम्स एंड लॉट्स ऑफ सॉल्यूशंस। फॉर ईच प्रॉब्लम यू शुड थिंक ऑफ अ सॉल्यूशन दैट डायरैक्टली सॉल्व्स द प्रॉब्लम, जो डायरैक्टली तुहाडी प्रॉब्लम नूं सॉल्व करे, जिहड़ी प्रॉब्लम तुसीं एक्सप्लेन करन वाले हो उहदा ही सॉल्यूशन दे रहे। देखो प्रॉब्लम ते सॉल्यूशन का मैं टेबल बनाया है। प्रॉब्लम की आ रही है, फ्लडिंग ऑफ पीपल्स होम्स एंड बिजनेसिस। प्रॉब्लम है कि जदों सी लैवल राइज होंदा है तो उहदे करके फ्लडिंग आती है, फ्लडिंग करके होम ते बिजनेसिस जो है वो अफेक्ट होंदे है, ठीक है। फिर अदा सॉल्यूशन देता मैं कि बिल्ड फ्लड बैरियर्स और मूव टू हायर एरियाज। फ्लड बैरियर्स बना सकते हैं तो मूव कर सकते हैं आप हायर एरियाज की तरफ, ठीक है। लॉस ऑफ एग्रीकल्चरल लैंड एंड स्टार्वेशन, चाहे आप इनू इहदे नाल लिंक भी कर सकते सी, पर मैं एक पॉइंट बनाता कि आप की कर सकते इहदे नाल की होएगा जदों एग्रीकल्चर, अच्छा ठीक है, इनू इहदे नाल ऐड कर सकते हैं वैसे कि लॉस ऑफ एग्रीकल्चरल हो जाएगा, लैंड और स्टार्वेशन आ जाती है, ये प्रॉब्लम आ जाती है भी एग्रीकल्चरल जो खत्म हो गया, जो अपनी क्रॉप चली गई तो ऑफकोर्स वो स्टार्वेशन आएगी, तो ये प्रॉब्लम आती है। तो यदा सोल्यूशन की, क्योंकि आप एग्रीकल्चर बेस्ड दे रहे हैं तो स्विच टू मोर सुटेबल क्रॉप्स। तो आप की कर सकते हैं कि सुटेबल क्रॉप्स जिमें वर्टिकल फार्मिंग वगैरह आ रही हैं अजकल, तो जिमें इनू प्रोटैक्ट करने वास्ते
वर्टिकल फार्मिंग ही ਇਹਦਾ एक अच्छा सोल्यूशन हो सकता है। डिसप्लेसमेंट ऑफ मिलियंस ऑफ पीपल, बहुत सारे लोग ही डिसप्लेस हो जाते हैं। ਇਹਨੂੰ ਇਸ ਨਾਲ ਜੇ ਆਪਾਂ ਐਕਸਪਲੇਨ ਕਰਨ ਲੱਗੇ ਤਾਂ ਇਹਦੇ ਨਾਲ ਕਨੈਕਟ ਵੀ ਕਰ ਸਕਦੇ ਹਾਂ ਕਿ ਜੇ ਲੋਕਾਂ ਦੇ ਘਰ ਤੇ ਬਿਜ਼ਨਸ ਡੁੱਬ ਜਾਂਦੇ ਆ ਤੇ ਲੋਕ ਡਿਸਪਲੇਸਮੈਂਟ ਹੋਣਾ ਜ਼ਰੂਰ ਹੋ ਹੀ ਜਾਂਦੇ ਆ, ਘਰ ਨਹੀਂ ਰਹਿੰਦੇ, ਬਾਹਰ ਨਹੀਂ ਰਹਿੰਦੇ, ਠੀਕ ਹੈ। ਫਿਰ ਆਪਾਂ ਇਹਦਾ ਸੋਲੂਸ਼ਨ ਕੀ ਦੇ ਸਕਦੇ ਹਾਂ ਕਿ ਮੂਵ ਪੀਪਲ ਇਨ ਏ ਪਲਾਨਡ ਔਰ ਆਰਡਰਲੀ ਵੇ ਬਿਫੋਰ ਦਾ ਫਲੱਡਸ ਤੋਂ ਪਹਿਲਾਂ ਹੀ, ਕਿਉਂਕਿ ਅੱਜ ਕੱਲ੍ਹ ਪ੍ਰੈਡਿਕਸ਼ਨ ਵਗੈਰਾ ਹੋ ਜਾਂਦੀ ਹੈ ਕਿ ਸੁਨਾਮੀ ਆਉਣ ਵਾਲੀ ਹੈ, ਫਲੱਡ ਆਉਣ ਵਾਲੀ ਹੈ, ਪਤਾ ਲੱਗ ਜਾਂਦਾ ਹੈ, ਤਾਂ ਆਪਾਂ ਇੱਕ ਮੋਰ ਪਲਾਨਡ ਤਰੀਕੇ ਨਾਲ ਲੋਕਾਂ ਨੂੰ ਕਿਸੇ ਸੇਫ ਏਰੀਆ ਦੇ ਵਿੱਚ ਪਹੁੰਚਾ ਸਕਦੇ ਹਾਂ ਫਲੱਡ ਆਉਣ ਤੋਂ ਪਹਿਲਾਂ। ਇੱਕ ਲਾਸਟ ਪ੍ਰੋਬਲਮ ਹੈ ਕਿ ਗਰਾਊਂਡ ਵਾਟਰ ਅਨਡਰਿੰਕੇਬਲ, ਕਹਿੰਦਾ ਵੀ ਇਹਦੇ ਨਾਲ ਜੋ ਪਾਣੀ ਹੈ ਨੀਚੇ ਵਾਲਾ ਗਰਾਊਂਡ ਲੈਵਲ ਦਾ ਪਾਣੀ ਹੈ ਉਹ ਅਨਡਰਿੰਕੇਬਲ ਹੋ ਜਾਂਦਾ ਹੈ। ਤੇ ਪਰ ਕੀ ਕਰ ਸਕਦੇ ਹਾਂ ਆਪਾਂ, ਬਿਲਡ ਡਿਸੈਨਰੇਸ਼ਨ ਪਲਾਂਟਸ, ਵੀ ਪਾਣੀ ਨੂੰ ਸਾਫ਼ ਕਰਦੇ ਪਲਾਂਟਸ ਸੈਟਅਪ ਕਰ ਸਕਦੇ ਹਾਂ। ਹੁਣ ਦੇਖੋ ਆਪਣਾ ਜਿਹੜਾ ਹਰ ਇੱਕ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਹੈ ਉਹਨੂੰ ਆਪਾਂ ਲਿੰਕ ਕਰਕੇ ਰੱਖਿਆ। ਆਪਾਂ ਬਾਲੇ ਸਾਰੇ ਪ੍ਰੋਬਲਮਸ ਦੇਖ ਲਈਆਂ ਤੇ ਬਾਲੇ ਸਾਰੇ ਸੋਲਿਊਸ਼ਨ, ਕੀ ਆਪਾਂ ਸਾਰਿਆਂ ਨੂੰ ਲਿਖਾਂਗੇ? ਨੋ। ਅਗਰ ਆਪਾਂ ਸਾਰਿਆਂ ਨੂੰ ਲਿਖਣ ਬਹਿ ਜਾਵਾਂਗੇ ਤਾਂ ਆਪਣਾ, ਮੈਨੂੰ ਨਹੀਂ ਲੱਗਦਾ ਕਿ ਆਪਣਾ ਟਾਸਕ ਰਿਸਪੌਂਸ ਅੱਛਾ ਜਾਏਗਾ, ਕਿਉਂਕਿ ਆਪਾਂ ਸਿਰਫ ਲਿਸਟ ਹੀ ਲੈ ਰਹੇ ਹਾਂ, ਆਪਾਂ ਕੁਛ ਐਕਸਪਲੇਨ ਨਹੀਂ ਕਰ ਰਹੇ ਹੈਗੇ, ਆਪਾਂ ਪ੍ਰੋਪਰ ਐਕਸਪਲੇਨੇਸ਼ਨ ਨਹੀਂ ਦੇ ਸਕਦੇ। ਹੁਣ ਆਪਾਂ ਮੂਵ ਕਰਦੇ ਹਾਂ ਆਪਣੇ ਸਟਰਕਚਰ ਫੋਰ ਦਾ ਐਸੇ। ਆਪਣਾ ਸਟਰਕਚਰ ਪਹਿਲਾਂ ਆਪਾਂ ਇੰਟਰੋਡਕਸ਼ਨ ਲਿਖਣੀ ਹੁੰਦੀ ਹੈ। ਇੰਟਰੋਡਕਸ਼ਨ ਦੇ ਵਿੱਚ ਆਪਾਂ ਪਹਿਲਾਂ ਦੇਣਾ ਹੁੰਦਾ ਹੈ ਪੈਰਾਫਰੇਜ਼ ਦਾ ਕੁਐਸਚਨ, ਦੂਸਰਾ ਆਊਟਲਾਈਨ ਸਟੇਟ ਸੈਂਟੈਂਸ, ਸੇ ਯੂ ਵਿਲ ਵਾਟ ਵਿਲ ਯੂ ਡਿਸਕਸ ਇਨ ਦਾ ਰੈਸਟ ਆਫ ਦਾ ਐਸੇ, ਮਤਲਬ ਜਿਹੜੀ ਆਊਟਲਾਈਨ ਸਟੇਟਮੈਂਟ ਹੈ ਵੀ ਉਹ ਦੱਸਣਾ ਹੁੰਦਾ ਹੈ ਵੀ ਆਪਾਂ ਕੀ ਕਰਨ ਵਾਲੇ ਹਾਂ ਇਸ ਐਸੇ ਦੇ ਵਿੱਚ। ਹੁਣ ਜਿਵੇਂ ਐਗਜ਼ਾਮਪਲ ਦਿੱਤਾ, ਜਿਵੇਂ ਆਪਣਾ ਪਹਿਲਾਂ ਜਿਹੜਾ ਕੁਐਸਚਨ ਸੀਗਾ ਕਾਹਦੇ ਰਿਗਾਰਡਿੰਗ ਸੀਗਾ, ਗਲੋਬਲ ਵਾਰਮਿੰਗ ਦੇ ਰਿਗਾਰਡਿੰਗ ਸੀਗਾ ਕਿ ਆਪਾਂ 21st ਸੈਂਚੁਰੀ ਦੇ ਵਿੱਚ ਇਹ ਜੋ ਗਲੋਬਲ ਵਾਰਮਿੰਗ ਹੈ ਸਭ ਤੋਂ ਵੱਡੀ ਥ੍ਰੈਟ ਫੇਸ ਕਰ ਰਹੇ ਹਾਂ, ਔਰ ਓਸ਼ਨ ਦਾ ਜੋ ਲੈਵਲ ਹੈ, ਸੀ ਲੈਵਲ ਹੈ ਉਹ ਰਾਈਜ਼ ਹੋ ਰਿਹਾ ਹੈ, ਤਾਂ ਉਹਦੇ ਕੀ ਪ੍ਰੋਬਲਮਸ ਆ ਸਕਦੀਆਂ ਤੇ ਕੀ ਸੋਲਿਊਸ਼ਨ ਹੈ। ਤਾਂ ਮੈਂ ਦੀ ਜੋ ਸਿਰਫ ਪੈਰਾਫਰੇਜ਼ਿੰਗ ਕੀਤੀ ਹੈ ਕਿ ਕਲਾਈਮੇਟ ਚੇਂਜ, ਗਲੋਬਲ ਵਾਰਮਿੰਗ ਨੂੰ ਮੈਂ ਕੀ ਕਿਹਾ, ਕਲਾਈਮੇਟ ਚੇਂਜ ਇਜ਼ ਅਮੰਗ ਦਾ ਪ੍ਰਿੰਸੀਪਲ ਡੇਂਜਰਸ, ਤਾਂ ਪ੍ਰਿੰਸੀਪਲ ਡੇਂਜਰਸ ਫੇਸਿੰਗ ਪੀਪਲ ਦਿਸ ਸੈਂਚੁਰੀ। ਮੈਂ ਸਿਰਫ ਵਰਡ ਚੇਂਜ ਕੀਤੇ ਹੈ, 21st ਸੈਂਚੁਰੀ ਨੂੰ ਦਿਸ ਸੈਂਚੁਰੀ ਕਹਿਤਾ, ਮੋਸਟ ਕਹਿ ਸਕਦੇ ਹੋ ਡੇਂਜਰਸ ਪ੍ਰੋਬਲਮ ਜੋ ਹੈ ਇਹਨੂੰ ਪ੍ਰਿੰਸੀਪਲ ਡੇਂਜਰਸ ਫੇਸਿੰਗ ਪੀਪਲ ਦਿਸ ਸੈਂਚੁਰੀ ਐਂਡ ਓਸ਼ਨ ਲੈਵਲਸ ਆਰ ਇਨਕਰੀਜ਼ਿੰਗ ਜੀ ਡਰਾਮੈਟਿਕਲੀ, ਕਹਿੰਦਾ ਵੀ ਜਿਹੜਾ ਓਸ਼ਨ ਲੈਵਲ ਹੈ ਬਹੁਤ ਤੇਜ਼ੀ ਨਾਲ ਵੱਧ ਰਿਹਾ। ਦਿਸ ਐਸੇ ਵਿਲ ਸੁਜੈਸਟ ਦੈਟ ਦ ਬਿਗੇਸਟ ਪ੍ਰੋਬਲਮ ਕਾਜ਼ਡ ਬਾਈ ਦਿਸ ਫਿਨੋਮੀਨਨ ਇਜ਼ ਦ ਫਲੱਡਿੰਗ ਆਫ ਹੋਮਸ। ਮੈਂ ਪਹਿਲੇ ਹੀ ਇੱਥੇ ਇਹ ਕਹਿਤਾ ਵੀ ਜਿਹੜੀ ਬਿਗੇਸਟ ਪ੍ਰੋਬਲਮ ਜੋ ਹੈ ਇਸ ਫਿਨੋਮੀਨਨ ਕਰਕੇ ਆ ਰਹੀ ਹੈ ਉਹ ਕੀ ਹੈ, ਹੋਮਸ ਦੀ ਫਲੱਡਿੰਗ, ਐਂਡ ਦੈਨ ਸਬਮਿਟ ਬਿਲਡਿੰਗ ਫਲੱਡ ਪ੍ਰੋਟੈਕਸ਼ਨ ਐਜ਼ ਦਾ ਮੋਸਟ ਵਾਈਬਲ ਸੋਲਿਊਸ਼ਨ। ਤੇ ਮੈਂ ਐਸੇ ਦਾ ਹੀ ਕੀ ਕਰਤਾ, ਇੱਕ ਇੱਕ ਸਭ ਤੋਂ ਵਧੀਆ ਸੋਲਿਊਸ਼ਨ ਦਿੱਤਾ ਕਿ ਆਪਾਂ ਨੂੰ ਕੀ ਕਰਨੇ ਚਾਹੀਦੇ ਹੈ, ਫੂਡ ਪ੍ਰੋਟੈਕਸ਼ਨ ਕਹਿੰਦੇ ਹੈ, ਬਿਲਡਿੰਗ ਫਲੱਡ ਪ੍ਰੋਟੈਕਸ਼ਨ, ਠੀਕ ਹੈ। ਤਾਂ ਇਹ ਵਾਈਬਲ ਸੋਲਿਊਸ਼ਨ ਲੱਗਦਾ। ਮੈਂ ਸਿਰਫ ਇੱਕ ਹੀ ਪ੍ਰੋਬਲਮ ਨੂੰ ਐਕਸਪਲੇਨ ਕਰੂੰਗੀ, ਉਸੇ ਨੂੰ ਹੀ ਆਪਣੇ ਪੈਰਾਗ੍ਰਾਫ 'ਚ ਮੈਂਸ਼ਨ ਕਰੂੰਗੀ ਔਰ ਉਸੇ ਦਾ ਹੀ ਸੋਲਿਊਸ਼ਨ ਦਊਂਗੀ, ਮੈਂ ਦੋ ਨਹੀਂ ਲੈ ਰਹੀ, ਕਿਉਂਕਿ ਜ਼ਿਆਦਾਤਰ ਬੱਚਿਆਂ ਨੂੰ ਇਹ ਡਾਊਟ ਹੁੰਦਾ ਹੈ ਕਿ ਸਾਡੇ ਬੈਂਡ ਸਕੋਰ 6.5 ਤੋਂ ਉਹ ਆਹੀ ਕਿਉਂ ਨਹੀਂ ਗਏ। ਤਾਂ ਉਹਦਾ ਕਾਰਨ ਇਹੀ ਹੈ ਕਿ ਆਪਾਂ ਇੱਕ ਪੁਆਇੰਟ ਨੂੰ ਇਲੈਬੋਰੇਟ ਨਹੀਂ ਕਰਦੇ, ਤਾਂ ਬਹੁਤ ਸਾਰੇ ਪੁਆਇੰਟਸ ਲੈ ਲੈਂਦੇ ਹੋ। ਤਾਂ ਇੱਕ ਪੁਆਇੰਟ ਲਓ, ਤੁਸੀਂ ਐਕਸਪਲੇਨ ਕਰੋ ਉਹਨੂੰ ਚੰਗੀ ਤਰੀਕੇ ਪ੍ਰੂਵ ਕਰੋ, ਤਾਂ ਕਿ ਹਾਇਰ ਬੈਂਡ ਸਕੋਰ ਤੁਸੀਂ ਸਕੋਰ ਕਰ ਸਕੋ। ਨੈਕਸਟ ਚੱਲਦੇ ਹਾਂ ਵੀ ਪ੍ਰੋਬਲਮਸ ਦਾ ਪੈਰਾਗ੍ਰਾਫ ਆਪਾਂ ਕਿਵੇਂ ਲਿਖਾਂਗੇ। ਪਹਿਲਾਂ ਸਟੇਟ ਦਾ ਪ੍ਰੋਬਲਮ, ਦੂਜਾ ਸੈਂਟੈਂਸ ਹੋਏਗਾ ਐਕਸਪਲੇਨ ਵਟ ਪ੍ਰੋਬਲਮ ਇਜ਼ ਐਂਡ ਇਟਸ ਕਾਜ਼, ਵੀ ਇਹਦੇ ਪ੍ਰੋਬਲਮ ਐਕਸਪਲੇਨ ਕਰਨੀ ਆਪਾਂ ਪ੍ਰੋਬਲਮ ਕੀ ਹੈ ਤੇ ਫਿਰ ਉਹਦੇ ਕਾਜ਼ ਕੀ ਨੇ, ਐਂਡ ਵਟ ਇਜ਼ ਦ ਰਿਜ਼ਲਟ ਆਫ ਦਿਸ ਪ੍ਰੋਬਲਮ, ਇਸ ਪ੍ਰੋਬਲਮ ਦਾ ਰਿਜ਼ਲਟ ਕੀ ਆਇਆ, ਔਰ ਆਪਾਂ ਇਸ ਨੂੰ ਐਗਜ਼ਾਮਪਲ ਨਾਲ ਸਪੋਰਟ ਕਰਾਂਗੇ। ਇਹ ਆਪਾਂ ਐਗਜ਼ਾਮਪਲ ਦੇਖਦੇ ਹਾਂ। ਦੇਖੋ, ਦ foremost problem caused by sea levels creeping up मतलब rising, ਆਪਾਂ ਬਾਰ-ਬਾਰ ਰਿਪੀਟ ਨਹੀਂ ਕਰ ਰਹੇ। sea levels creeping up is the flooding of people's residences, home ਨੂੰ ਆਪਾਂ residences ਕਹਿਤਾ ਕਿ ਲੋਕਾਂ ਦੇ ਘਰ flooding ਹੋ ਜਾਂਦੇ ਆ, ਡੁੱਬ ਜਾਂਦੇ ਆ। millions of people all over the world, ਹੁਣ ਮੈਂ ਪ੍ਰੋਬਲਮ ਸਟੇਟ ਕਰਤੀ ਹੈ ਜਿਹੜੀ ਆਪਾਂ ਮੇਨ ਪ੍ਰੋਬਲਮ ਸੀਗੀ, ਫਿਰ millions of people are all over the world live in coastal areas, ਕਹਿੰਦਾ ਵੀ millions ਲੋਕ ਰਹਿੰਦੇ ਨੇ ਕੋਸਟਲ ਏਰੀਆ ਦੇ ਵਿੱਚ, ਐਂਡ ਇਫ ਸੀ ਲੈਵਲਸ ਰਾਈਜ਼ ਬਾਈ ਈਵਨ ਅ ਫਿਊ ਫੀਟ, ਅਗਰ ਥੋੜ੍ਹੇ ਜਿਹੇ ਫੀਟ ਨਾਲ ਵੀ ਜੋ ਸੀ ਲੈਵਲ ਹੈ ਰਾਈਜ਼ ਹੁੰਦਾ ਹੈ, ਦੇ ਵਿਲ ਬੀ ਇਨਅੰਡੇਟਡ ਵਿਦ ਵਾਟਰ ਐਂਡ ਲੋਸ ਦੇਅਰ ਪ੍ਰੋਪਰਟੀ। ਇਨਅੰਡੇਟ ਹੋਣਾ, ਪਾਣੀ 'ਚ ਡੁੱਬਣਾ, ਤਾਂ ਕਹਿੰਦਾ ਵੀ ਵਾਟਰ ਐਂਡ ਲੋਸ ਦੇਅਰ ਪ੍ਰੋਪਰਟੀ, ਤੇ ਉਹ ਪਾਣੀ 'ਚ ਡੁੱਬ ਜਾਣਗੇ ਤੇ ਆਪਦੀ ਪ੍ਰੋਪਰਟੀਜ਼
लॉस कर देनी। एक्सप्लेनेशन देती ਆਪਾਂ प्रॉब्लम ਦੀ। शेल्टर इज़ वन ऑफ द मोस्ट बेसिक ऑफ ह्यूमन नीड्स। कहता भी शेल्टर जो है सब तो बेसिक चीज़ है। एंड वाइड स्प्रैड फ्लडिंग वुड कॉज मिलियंस ऑफ पीपल टू बिकम होमलैस। मतलब डिसप्लेसमेंट की गल की सी ना भी आप इनू कनैक्ट कर सकते हैं, आप कनैक्ट करता और ऐसे नाल एको ही पॉइंट है ये, ठीक है, कि बहुत सारे लोग की करते हैं आपदे घरों तो बेघर हो जाते हैं। नॉट टू मैंशन लॉसिंग ऑल देयर पोजेशनस। ਇਹਦੀ ਤਾਂ ਗੱਲ ਹੀ ਛੱਡੋ, ਜਿਹੜੀ ਉਹ ਪ੍ਰੋਜੈਕਸ਼ਨਸ ਵਗੈਰਾ ਦੀ ਆਪਾਂ ਗੱਲ ਹੀ ਨਹੀਂ ਕਰ ਰਹੇ, ਜਿਹੜੇ ਮਿਲੀਅਨਸ ਆਫ ਪੀਪਲ ਬੇਘਰ ਹੋ ਜਾਂਦੇ ਨੇ ਉਹ ਸਭ ਤੋਂ ਵੱਡੀ ਪ੍ਰੋਬਲਮ ਹੈ। ਰਿਜ਼ਲਟ ਦੱਸਦਾ ਆਪਾਂ ਪ੍ਰੋਬਲਮ ਦਾ ਵੀ ਇਹ ਰਿਜ਼ਲਟ ਆਏਗਾ ਇਸਦਾ। ਦ ਡਿਵਾਸਟੇਸ਼ਨ ਬ੍ਰੌਟ ਬਾਈ ਦਿਸ ਵਾਜ਼ ਕਲੀਅਰ ਫॉर all to see during the 2011 tsunami in Japan in which millions of people were displaced। ਕਹਿੰਦਾ ਵੀ ਜਿਹੜੀ ਡਿਵਾਸਟੇਸ਼ਨ ਹੋਈ ਸੀ brought or ਲੈ ਕੇ ਆਉਣਾ by this was clear for all to see during the 2011 tsunami in Japan in which millions of people were displaced। ਆਪਾਂ एग्जाम्पल देता ਹੁਣ ਇਹਦੇ ਨਾਲ ਆਪਾਂ ਕਲੀਅਰੀਫਾਈ ਕਰਤਾ ਕਿ ਆਪਾਂ ਇੱਕੋ ਪੁਆਇੰਟ ਨੂੰ डिस्क्राइब कर रहे हैं। प्रॉब्लम सी दी एक्सप्लेनेशन है, उसका रिजल्ट आ गया, आप उसको एग्जाम्पलीफाई किया। बहुत ही अच्छा अपना जो प्रॉब्लम का पैराग्राफ लिखा गया। नैक्सट आप मूव करते हैं सोल्यूशन की तरफ। सोल्यूशन का पैराग्राफ आप किवें लिखना है। स्टेट सोल्यूशन, एक्सप्लेन हाउ द सोल्यूशन विल सॉल्व द प्रॉब्लम एंड एग्जाम्पल। नेक्स्ट देखो, A possible solution to this problem would be to build flood barriers। तो सब तो जो अच्छा solution जो होएगा, जो ऐसा की होएगा, build flood barriers, flood defenses। ਹੁਣ flood barriers ਨੂੰ ਆਪਾਂ ਕੀ कहता, flood defenses such as dikes, dams, flood gates। ਇਹ ਆਪਾਂ ਨਾਮ ਦਿੱਤੇ, ਇਸ ਟਾਈਪ ਦੇ ਆਪਾਂ flood defenses ਬਣਾ ਸਕਦੇ ਹਾਂ। could be built along coast and waterways thereby stopping the water reaching populated areas। ਇਸ ਤਰੀਕੇ ਆਪਾਂ ਰੋਕ ਸਕਦੇ ਹਾਂ ਕਿ ਪਾਣੀ ਨੂੰ ਕਿੱਥੇ ਜਾਣ ਤੋਂ, populated areas ਦੇ ਵਿੱਚੋਂ ਜਾਣ। The Netherlands is one of the most populated areas in the world and also one of the most vulnerable to flooding। कहना भी नीदरलैंड एक इहो जिहा देश है, एरिया है जिथे ज़्यादातर जो लोग है पॉपुलेटेड ने और वनरेबल ये बहुत ज़्यादा है। मतलब वनरेबल होंदा भी उत्थे बहुत रिस्क ने फ्लडिंग आउण दे, मतलब चांसिस ने। एंड दे हैव सक्सैसफुली इंप्लॉयड वेरीअस फ्लड डिफेंस सिस्टम्स। उन्होंने इस तरीके के बहुत सारे डिफेंस सिस्टम्स लगाए हुए हैं भी उत्थे आंदी रहिंदी है बाढ़। जिवें की नाम लेंदे है, जापान है शायद एक इहो जिहा देश है जिथे टॉर्नेडो वगैरह आते ही रहते हैं तो उत्थे लक्कड़ के घर बनते हैं। वो एक तरह का सिस्टम बनाया उन्होंने कि किस तरीके आप इसके नुकसान तो बच सकते हैं। नैक्सट देखते हैं अपना कंक्लूजन की होएगा। कंक्लूजन दे विच आपां सिर्फ समराइज करना है और हो सके कोई जरूरी नहीं है कि प्रिडिक्शन करनी, अगर करनी है तो कर दो, कोई चक्कर नहीं है। To conclude, stemming the rising tides caused by increasing global temperature is one of the foremost challenges we face and it ultimately lead to many of the world cities being left underwater। ਹੁਣ ਇਹ ਤਾਂ ਇੱਕ ਚੀਜ਼ ਧਿਆਨ ਰੱਖਿਓ ਕਿ ਮੈਂ ਕੁਝ ਵੀ ਨਹੀਂ ਨਵਾਂ ਪਾਇਆ ਆਪਣੇ ਕਨਕਲੂਜਨ ਦੇ ਵਿੱਚ। ਕਨਕਲੂਜਨ ਦੇ ਵਿੱਚ ਸਾਰਾ ਕੁਝ ਉਹੀ ਲਿਖਿਆ, ਜਿਹੜੀ ਇੰਟਰੋਡਕਸ਼ਨ ਲਿਖੀ ਸੀ ਬਸ ਉਸ ਨੂੰ ਪੈਰਾਫਰੇਜ਼ ਕੀਤਾ ਫਿਰ ਦੁਬਾਰਾ। ਸਟੈਮਿੰਗ ਦ ਰਾਈਜ਼ਿੰਗ टाइड्स, मतलब टाइड्स का बढ़ना, मतलब जो राइज कर रहे हैं अपना ओशन लैवल, कॉज्ड बाय इंक्रीजिंग ग्लोबल टैंपरेचर। कादे करके हो रहा है, ग्लोबल टैंपरेचर वधन करके। इज़ वन ऑफ द फोरमोस्ट चैलेंज, एक बहुत ही बड़ा मेन चैलेंज है वी आर फेसिंग एंड इट इज़ अल्टीमेटली लीड टू मैनी ऑफ द वर्ल्ड सिटीज़ बीइंग लेफ्ट अंडर वाटर। अल्टीमेटली ਇਹਦਾ ਇਵੈਂਚੁਅਲੀ ਇਹਦਾ ਕੀ ਰਿਜ਼ਲਟ ਹੋਏਗਾ ਕਿ ਬਹੁਤ ਸਾਰੀਆਂ ਸਿਟੀਜ਼ ਅੰਡਰ ਵਾਟਰ ਹੋ ਜਾਣਗੀਆਂ, ਪਾਣੀ ਦੇ ਵਿੱਚ ਡੁੱਬ ਜਾਣਗੀਆਂ। ਬਟ ए possible solution could be to utilize the flood prevention techniques already used by countries like Holland। Holland ਦੇ ਵਿੱਚ ਹੋਇਆ ਤਾਂ ਆਪਾਂ ਇੱਥੇ ਨੀਦਰਲੈਂਡ ਵੀ ਲਗਾ ਸਕਦੇ ਸੀ, ਜਿਵੇਂ ਆਪਾਂ already mention ਕਰ ਚੁੱਕੇ ਹਾਂ। It is predicted that more and more countries will be forced to take such measures to avoid a watery catastrophe। ਕਹਿੰਦਾ ਵੀ ਇਹ ਪ੍ਰੈਡਿਕਟ ਕੀਤਾ ਜਾਂਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਕੰਟਰੀਜ਼ ਜੋ ਹੈ ਉਹ ਫੋਰਸ ਕਰਨਗੀਆਂ ਇਸ ਟਾਈਪ ਦੇ ਮੈਜ਼ਰਸ। ਕੀਤਾ ਜਾਣਾ ਚਾਹੀਦਾ ਹੈ, ਕੀਤਾ ਜਾਊਗਾ ਤਾਂ ਕਿ ਇਸ ਵਾਟਰੀ ਕੈਟਾਸਟ੍ਰੋਫ ਨੂੰ ਅਵੋਇਡ ਕੀਤਾ। ਕਿੰਨਾ ਅੱਛਾ ਵਰਡ ਹੈ ਵਾਟਰੀ ਕੈਟਾਸਟ੍ਰੋਫ, ਮਤਲਬ ਵਾਟਰ ਨਾਲ ਰਿਲੇਟਡ ਜੋ ਡੇਂਜਰਸ ਨੇ ਉਹਨੂੰ ਆਪਾਂ ਅਵੋਇਡ ਕਰ ਸਕੀਏ। ਤਾਂ ਇਹ ਸੀ ਆਪਣਾ ਪੂਰਾ ਐਸੇ। और थैंक यू फॉर वॉचिंग दिस। आई होप मैं ਤੁਹਾਨੂੰ ਸਮਝਾ ਪਾਈ ਹੋਵਾਂਗੀ ਕਿ ਤੁਸੀਂ ਕਿਸ ਤਰੀਕੇ ਸੋਲੂਸ਼ਨ ਤੇ ਪ੍ਰੋਬਲਮ ਦਾ ਐਸੇ ਲਿਖ ਸਕਦੇ ਹੋ। ਤੁਸੀਂ ਐਸੇ ਨੂੰ ਦੁਬਾਰਾ ਲਿਖ ਕੇ ਤੁਸੀਂ ਮੈਨੂੰ ਕਮੈਂਟ ਬਾਕਸ
ਸੈਂਡ ਕਰ ਸਕਦੇ ਹੋ। ਅਗਰ ਤੁਸੀਂ ਅਸੈਸਮੈਂਟ ਵੀ ਚਾਹੁੰਦੇ ਹੋ, ਆਈ ਟਰਾਈ ਟੂ ਵੈਲਿਊਏਟ ਇਟ। ਥੈਂਕ ਯੂ। ਅਗਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਰਹਿ ਗਿਆ ਹੋਵੇ, ਕੋਈ ਤੁਹਾਨੂੰ ਡਾਊਟ ਹੋਵੇ, ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ।